ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਇਸ ਸਮੇਂ ਤੁਹਾਡੇ ਲਈ ਕੁਝ ਅਹਿਮ ਅਪਡੇਟਸ ਲੈ ਕੇ ਅਸੀਂ ਹਾਜ਼ਰ ਹੋਏ ਹਾਂ, ਜਿਸ ਦੇ ਵਿੱਚ ਸ਼ੁਰੂਆਤ ਕਰਦੇ ਹਾਂ ਉਸ ਖਬਰ ਤੋਂ ਜੋ ਕੋਵਿਡ-19 ਦੇ ਨਾਲ ਤੇ 에ਅਰਲਾਈਨਸ ਦੇ ਨਾਲ ਸੰਬੰਧਿਤ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸੈਂਟਰ ਫਾਰ ਡਿਸੀਜ਼ ਕੰਟਰੋਲ ਦੇ ਵੱਲੋਂ ਜਾਣਕਾਰੀ ਜਾਰੀ ਕੀਤੀ ਜਾਂਦੀ ਹੈ, ਜਿਸ ਦੇ ਵਿੱਚ ਜੋ ਸੂਚੀ ਜਾਰੀ ਕੀਤੀ ਗਈ ਹੈ ਉਸ ਮੁਤਾਬਕ ਦਿੱਲੀ ਤੋਂ 에ਅਰ ਕੈਨੇਡਾ ਦੀ ਇੱਕ ਫਲਾਈਟ ਵੈਨਕੂਵਰ ਆਈ, ਜਿਸ ਦੇ ਵਿੱਚ ਕੋਵਿਡ-19 ਦਾ ਮਰੀਜ਼ ਪਾਇਆ ਗਿਆ ਹੈ। ਵੱਖੋ ਵੱਖਰੀਆਂ 에ਅਰਲਾਈਨਸ ਦੇ ਵਿੱਚ ਕੋਵਿਡ-19 ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਤੇ ਇਸੇ ਨੂੰ ਲੈ ਕੇ ਜੋ ਸੂਚੀ ਬ੍ਰਿਟਿਸ਼ ਕੋਲੰਬੀਆ ਤੋਂ ਸੈਂਟਰ ਫਾਰ ਡਿਸੀਜ਼ ਕੰਟਰੋਲ ਦੇ ਵੱਲੋਂ ਹੁਣ ਜਾਰੀ ਕੀਤੀ ਗਈ ਹੈ, ਉਸ ਦੇ ਵਿੱਚ ਦਿੱਲੀ ਤੋਂ ਆਈ 에ਅਰ ਕੈਨੇਡਾ ਦੀ ਇੱਕ ਫਲਾਈਟ ਵੀ ਸ਼ਾਮਲ ਹੈ। ਇੰਟਰਨੈਸ਼ਨਲ ਫਲਾਈਟਸ ਦੀ ਸੂਚੀ ਦੇ ਵਿੱਚ ਇੱਥੇ ਦੱਸਿਆ ਗਿਆ ਹੈ ਕਿ 에ਅਰ ਕੈਨੇਡਾ ਦੀ ਫਲਾਈਟ ਨੰਬਰ 45 ਜੋ ਕਿ ਸਤੰਬਰ 25 ਨੂੰ ਦਿੱਲੀ ਤੋਂ ਵੈਨਕੂਵਰ ਆਈ ਹੈ, ਉਸ ਦੇ ਵਿੱਚ ਕੋਵਿਡ-19 ਦਾ ਮਰੀਜ਼ ਪਾਇਆ ਗਿਆ ਹੈ। 32 ਤੋਂ ਲੈ ਕੇ 39 ਤੱਕ ਦੀ ਗਿਣਤੀ ਦੱਸੀ ਗਈ ਹੈ ਕਿ ਇਹ ਰੋਜ਼ ਜਹਾਜ਼ ਦੇ ਵਿੱਚ ਜੋ ਸਨ ਉਹ ਪ੍ਰਭਾਵਿਤ ਹੋਈਆਂ ਹੋ ਸਕਦੀਆਂ ਨੇ। ਇੱਥੇ ਜ਼ਿਕਰਯੋਗ ਹੈ ਕਿ ਬਾਹਰਲੇ ਮੁਲਕ ਤੋਂ ਜਿਹੜੇ ਵੀ ਵਿਅਕਤੀ ਆਉਂਦੇ ਨੇ ਉਹਨਾਂ ਨੂੰ 14 ਦਿਨ ਦੇ ਵਾਸਤੇ ਕੁਆਰੰਟੀਨ ਤਾਂ ਕਰਨਾ ਹੀ ਪੈਂਦਾ ਹੈ, ਪਰ ਫਿਰ ਵੀ ਉਹਨਾਂ ਦੇ ਵਾਸਤੇ ਜੋ ਜਾਣਕਾਰੀ ਇੱਥੇ ਦਿੱਤੀ ਗਈ ਹੈ ਸਿਰਫ ਇਹੀ ਨਹੀਂ, ਸਗੋਂ 23 ਸਤੰਬਰ ਨੂੰ ਲੰਡਨ ਤੋਂ ਵੈਨਕੂਵਰ ਤੇ ਇਸ ਦੇ ਨਾਲ ਹੀ ਹੋਰ ਵੀ ਕਈ ਫਲਾਈਟਾਂ ਦੀ ਸੂਚੀ ਹੈ, ਜਿਸ ਦੇ ਵਿੱਚ ਜਾਣਕਾਰੀ ਦੱਸੀ ਗਈ ਹੈ ਕਿ ਕੋਵਿਡ-19 ਦੇ ਮਰੀਜ਼ ਉਹਨਾਂ ਫਲਾਈਟਾਂ ਦੇ ਵਿੱਚ ਪਾਏ ਗਏ ਨੇ। 25 ਸਤੰਬਰ ਤੋਂ ਪਹਿਲਾਂ 16 ਸਤੰਬਰ ਨੂੰ 에ਅਰ ਇੰਡੀਆ ਦੀ ਫਲਾਈਟ ਦਿੱਲੀ ਤੋਂ ਵੈਨਕੂਵਰ ਆਈ ਸੀ। 1143 ਨੰਬਰ ਉਹ ਫਲਾਈਟ ਸੀ ਜਿਸ ਦੇ ਵਿੱਚ ਕੋਵਿਡ-19 ਦਾ ਮਰੀਜ਼ ਪਾਇਆ ਗਿਆ ਸੀ। ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਤੁਹਾਨੂੰ ਕੁਝ ਦਿਨ ਪਹਿਲਾਂ ਜਾਣਕਾਰੀ ਦਿੱਤੀ ਸੀ ਜਿਸ ਦੇ ਵਿੱਚ ਦੱਸਿਆ ਸੀ ਕਿ RCMP ਦੇ ਵੱਲੋਂ ਇੱਕ ਪਾਲਿਸੀ ਬਣਾਈ ਗਈ, ਜਿਸ ਦੇ ਵਿੱਚ ਜਦੋਂ ਤੋਂ ਕੋਵਿਡ-19 ਦੀਆਂ ਹਦਾਇਤਾਂ ਲੱਗੀਆਂ ਨੇ ਉਦੋਂ ਤੋਂ ਹੀ ਜੋ ਦਾੜੀਆਂ ਵਾਲੇ ਕਾਮੇ ਨੇ, ਯਾਨੀ ਕਿ ਪੁਲਿਸ ਦੇ ਵਿੱਚ ਜਿੰਨੇ ਵੀ ਆਫੀਸਰ ਦਾੜੀਆਂ ਵਾਲੇ ਨੇ ਉਹਨਾਂ ਵਿੱਚ ਸਿੱਖ ਭਾਈਚਾਰੇ ਤੋਂ ਵੀ ਆ ਜਾਂਦੇ ਨੇ, ਮੁਸਲਿਮ ਭਾਈਚਾਰੇ ਤੋਂ ਵੀ ਜਾਂ ਹੋਰ ਵੀ ਜਿਨ੍ਹਾਂ ਨੇ ਵੀ ਦਾੜੀ ਰੱਖੀ ਹੋਵੇ, ਉਹਨਾਂ ਦੇ ਮਾਸਕ ਨਾ ਪਾ ਸਕਣ ਕਰਕੇ ਉਹਨਾਂ ਦੀਆਂ ਡਿਊਟੀਆਂ ਬਦਲ ਦਿੱਤੀਆਂ ਗਈਆਂ। ਇਸ ਪਾਲਿਸੀ ਤਹਿਤ ਫਰੰਟ ਲਾਈਨ ਦੇ ਉੱਤੇ ਯਾਨੀ ਕਿ ਬਾਹਰ ਜਾ ਕੇ ਆਮ ਲੋਕਾਂ ਨੂੰ ਮਿਲ ਕੇ ਪੁਲਿਸ ਦੇ ਵੱਲੋਂ ਜਿਹੜੇ ਵੀ ਕੰਮ ਕੀਤੇ ਜਾਂਦੇ ਨੇ ਉਸ ਦੇ ਲਈ ਉਹਨਾਂ ਨੂੰ ਰੋਕ ਦਿੱਤਾ ਗਿਆ ਤੇ ਉਹਨਾਂ ਦੀ ਅੰਦਰ ਡੈਸਕ ਤੇ ਡਿਊਟੀ ਲਗਾ ਦਿੱਤੀ ਗਈ। ਜਦੋਂ ਇਹ ਗੱਲ ਬਾਹਰ ਆਈ ਤਾਂ ਇਸ ਦੇ ਉੱਤੇ ਕਾਫੀ ਨਿਖੇਧੀ ਹੋਈ ਤੇ ਹੁਣ ਇਸੇ ਮਾਮਲੇ ਦੇ ਉੱਤੇ ਅਪਡੇਟ ਸਾਹਮਣੇ ਆਈ ਹੈ, ਜਿਸ ਦੇ ਵਿੱਚ RCMP ਨੇ ਅੱਜ ਹੀ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਇਸ ਪਾਲਿਸੀ ਨੂੰ ਹੁਣ ਬਦਲ ਦਿੱਤਾ ਹੈ। ਕੈਨੇਡਾ ਵਿੱਚ RCMP ਦੇ ਵੱਲੋਂ ਜੋ ਮਾਸਕ ਪਾਲਿਸੀ ਬਣਾਈ ਗਈ ਸੀ ਕਿ ਜਿੰਨੇ ਵੀ ਦਾੜੀਆਂ ਵਾਲੇ ਪੁਲਿਸ ਅਧਿਕਾਰੀ ਨੇ ਉਹ ਫਰੰਟ ਲਾਈਨ ਦੇ ਉੱਤੇ ਕੰਮ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਦੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਮਾਸਕ ਪਾਉਣ ਦੀ ਨੀਤੀ ਉਹਨਾਂ ਦੇ ਕੋਲ ਮੌਜੂਦ ਨਹੀਂ ਹੈ, ਜਿਸ ਦੇ ਵਿੱਚ ਜਿੰਨੇ ਵੀ ਸਿੱਖ ਤੇ ਮੁਸਲਿਮ ਪੁਲਿਸ ਅਧਿਕਾਰੀ ਸਨ ਉਹਨਾਂ ਨੂੰ ਡੈਸਕ ਡਿਊਟੀ ਦੇ ਉੱਤੇ ਲਗਾ ਦਿੱਤਾ ਗਿਆ ਸੀ। ਪਰ ਹੁਣ ਮੁੜ ਤੋਂ ਇਸ ਪਾਲਿਸੀ ਨੂੰ ਬਦਲ ਦਿੱਤਾ ਗਿਆ ਹੈ। ਇਸ ਪਾਲਿਸੀ ਦੀ ਕਈ ਸੋਸ਼ਲ ਐਕਟਿਵਿਸਟ ਤੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਮੰਤਰੀ ਬਿਲ ਬਲੇਅਰ ਦੇ ਵੱਲੋਂ ਵੀ ਨਿੰਦਾ ਕੀਤੀ ਗਈ ਸੀ ਤੇ ਕਿਹਾ ਗਿਆ ਸੀ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣੀ ਬਿਲਕੁਲ ਗਲਤ ਹੈ, ਕਿਉਂਕਿ ਇਸ ਮਾਮਲੇ ਨੂੰ ਭੇਦਭਾਵ ਦੇ ਨਾਲ ਜੋੜ ਕੇ ਦੇਖਿਆ ਗਿਆ, ਜਿਸ ਤੋਂ ਬਾਅਦ ਕਈ ਸਵਾਲ ਵੀ ਸਾਹਮਣੇ ਆਏ ਤੇ ਹੁਣ RCMP ਦੇ ਵੱਲੋਂ ਵੀਰਵਾਰ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਤੋਂ ਚੀਫ ਹਿਊਮਨ ਰਿਸੋਰਸਿਸ ਆਫਿਸਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਕਿਹਾ ਕਿ ਇਸ ਪਾਲਿਸੀ ਨੂੰ ਬਦਲ ਦਿੱਤਾ ਗਿਆ ਹੈ। ਹੁਣ ਇਸ ਦੇ ਵਿੱਚ ਇਹ ਹੋਵੇਗਾ ਕਿ ਜੇਕਰ ਜਿੰਨੇ ਵੀ ਦਾੜੀਆਂ ਵਾਲੇ ਪੁਲਿਸ ਅਧਿਕਾਰੀ ਨੇ ਉਹ ਆਮ ਲੋਕਾਂ ਦੇ ਵਿੱਚ ਜਾਂਦੇ ਵੀ ਨੇ ਡਿਊਟੀ ਦੇ ਦੌਰਾਨ ਤਾਂ ਉਹਨਾਂ ਨੂੰ PPE ਕਿਟਸ ਦੇ ਨਾਲ ਜਾਣਾ ਪਵੇਗਾ, ਯਾਨੀ ਕਿ ਇਸ ਦੇ ਵਿੱਚ ਦੱਸਿਆ ਗਿਆ ਕਿ ਉਹਨਾਂ ਦੀ ਸੁਰੱਖਿਆ ਨੂੰ ਸਥਾਈ ਬਣਾਉਣ ਦੇ ਵਾਸਤੇ ਉਹਨਾਂ ਨੂੰ ਅਜਿਹੇ ਮਾਸਕ ਦੀ ਵਰਤੋਂ ਕਰਨੀ ਪਵੇਗੀ ਤਾਂ ਕਿ ਉਹ ਜਾਂ ਫਿਰ ਉਹਨਾਂ ਤੋਂ ਕੋਈ ਹੋਰ ਬਿਮਾਰ ਨਾ ਹੋ ਜਾਵੇ। ਇੱਥੇ ਜ਼ਿਕਰਯੋਗ ਹੈ ਕਿ ਇਸ ਮਾਮਲੇ ਦੇ ਉੱਤੇ ਹਾਊਸ ਆਫ ਕਾਮਨਸ ਦੇ ਵਿੱਚ ਵੀ ਇਸ ਹਫ਼ਤੇ ਸਵਾਲ ਉੱਠੇ ਸਨ ਤੇ ਨਾਲ ਹੀ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਲੀਗਲ ਕਾਉਂਸਲ ਬਲਪ੍ਰੀਤ ਸਿੰਘ ਦੇ ਵੱਲੋਂ ਵੀ ਇਸ ਦੇ ਉੱਤੇ ਸਵਾਲ ਚੁੱਕੇ ਗਏ ਸੀ, ਜਿਸ ਦੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਗੱਲ ਕਹੀ ਗਈ ਸੀ, ਜਿਸ ਦੇ ਵਿੱਚ RCMP ਦੀ ਇਸ ਪਾਲਿਸੀ ਦੇ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਗੱਲ ਕਹੀ ਗਈ ਸੀ। ਇਸ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਜੇਕਰ ਕੈਨੇਡਾ ਦੀ ਗੱਲ ਕਰੀਏ ਤਾਂ ਹੁਣ ਤੱਕ ਜੋ ਅੰਕੜੇ ਸਾਹਮਣੇ ਆਏ ਨੇ ਕੋਵਿਡ-19 ਦੇ ਕਰਕੇ 1,60,000 ਤੋਂ ਉੱਪਰ ਗਿਣਤੀ ਪਾਰ ਹੋ ਗਈ ਹੈ ਮਰੀਜ਼ਾਂ ਦੀ ਤੇ 9300 ਤੋਂ ਵੱਧ ਕੈਨੇਡਾ ਭਰ ਦੇ ਵਿੱਚ ਕੋਵਿਡ-19 ਦੇ ਕਰਕੇ ਮੌਤਾਂ ਹੋ ਚੁੱਕੀਆਂ ਨੇ। ਇਸ ਸਮੇਂ ਕੋਵਿਡ-19 ਦੇ ਮਾਮਲੇ ਕਾਫੀ ਗਿਣਤੀ ਵਿੱਚ ਸਾਹਮਣੇ ਆ ਰਹੇ ਨੇ, ਜਿਸ ਕਰਕੇ ਹਦਾਇਤਾਂ ਨੂੰ ਹੋਰ ਸਖਤ ਮੁੜ ਤੋਂ ਕੀਤਾ ਜਾ ਰਿਹਾ ਹੈ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਓਟਵਾ ਤੇ ਨਾਲ ਹੀ ਕਿਊਬੈਕ ਦੇ ਵਿੱਚ ਸਟਾਰਬਕਸ ਦੇ ਵੱਲੋਂ ਅੱਜ ਇੱਕ ਤਾਜ਼ਾ ਐਲਾਨ ਕੀਤਾ ਗਿਆ ਹੈ। ਤੁਹਾਨੂੰ ਦੱਸਦੇ ਹਾਂ ਕਿ ਉਹ ਕੀ ਹੈ ਇਸ ਰਿਪੋਰਟ ਦੇ ਵਿੱਚ। ਓਟਵਾ ਸਮੇਤ ਸੂਬੇ ਕਿਊਬੈਕ ਦੇ ਵਿੱਚ ਸਟਾਰਬਕਸ ਦੇ ਵੱਲੋਂ ਅੱਜ ਐਲਾਨ ਕੀਤਾ ਗਿਆ ਹੈ ਕਿ ਗ੍ਰਾਹਕਾਂ ਦੇ ਲਈ ਰੈਸਟੋਰੈਂਟਸ ਦੇ ਅੰਦਰ ਜਾਂ ਬਾਹਰ ਬੈਠਣ ਦੇ ਲਈ ਜੋ ਸਹੂਲਤ ਦਿੱਤੀ ਜਾ ਰਹੀ ਸੀ ਉਸ ਨੂੰ ਬੰਦ ਕੀਤਾ ਜਾ ਰਿਹਾ ਹੈ। ਰਾਜਧਾਨੀ ਓਟਵਾ ਤੇ ਸੂਬੇ ਕਿਊਬੈਕ ਦੇ ਲਈ ਸਟਾਰਬਕਸ ਨੇ ਇਹ ਫੈਸਲਾ ਕੋਵਿਡ-19 ਦੇ ਕਰਕੇ ਕੀਤਾ ਹੈ।
ਇਨ੍ਹਾਂ ਖੇਤਰਾਂ ਵਿੱਚ ਗ੍ਰਾਹਕਾਂ ਤੇ ਕਾਮਿਆਂ ਦੀ ਸੁਰੱਖਿਆ ਦੇ ਲਈ ਇਹ ਕਦਮ ਚੁੱਕਿਆ ਗਿਆ, ਜਿਸ ਦੇ ਲਈ ਰੈਸਟੋਰੈਂਟ ਚੇਨ ਵੱਲੋਂ ਬਿਆਨ ਆਇਆ ਹੈ ਕਿ ਇਸ ਦੇ ਲਈ ਕੋਈ ਵੀ ਤਰੀਕ ਅਜੇ ਤੈਅ ਨਹੀਂ ਕੀਤੀ ਗਈ ਕਿ ਆਖਿਰ ਕਦੋਂ ਤੱਕ ਇਹ ਸਹੂਲਤ ਇਸੇ ਤਰ੍ਹਾਂ ਬੰਦ ਰਹਿਣ ਵਾਲੀ ਹੈ। ਓਟਵਾ ਵਿੱਚ ਮੈਡੀਕਲ ਆਫੀਸਰ ਨੇ ਇਸੇ ਹਫ਼ਤੇ ਦੀ ਸ਼ੁਰੂਆਤ ਦੇ ਵਿੱਚ ਦੱਸਿਆ ਸੀ ਕਿ ਕੋਵਿਡ-19 ਦੇ ਕੇਸਾਂ ਦੀ ਗਿਣਤੀ ਵਧਣ ਦੇ ਨਾਲ ਹੀ ਹਾਲਾਤ ਚਿੰਤਾਜਨਕ ਹੋ ਰਹੇ ਨੇ, ਜਿਸ ਦੇ ਲਈ ਅਧਿਕਾਰੀਆਂ ਨੇ ਲੋਕਾਂ ਨੂੰ ਬੇਨਤੀ ਕੀਤੀ ਸੀ ਕਿ ਇੱਕ ਦੂਜੇ ਦੇ ਨਾਲ ਵਿੱਥ ਬਣਾ ਕੇ ਰੱਖਣ ਦੇ ਲਈ ਜਿੰਨੇ ਹੋ ਸਕਦੇ ਨੇ ਕਦਮ ਚੁੱਕੇ ਜਾਣ। ਇੱਥੇ ਜ਼ਿਕਰਯੋਗ ਹੈ ਕਿ ਕਿਊਬੈਕ ਦੇ 2 ਵੱਡੇ ਸ਼ਹਿਰਾਂ ਵਿੱਚ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਅਕਤੂਬਰ 1 ਤੋਂ ਅਗਲੇ 28 ਦਿਨ ਦੇ ਲਈ ਰੈਸਟੋਰੈਂਟਸ ਦੇ ਵਿੱਚ ਡਾਈਨਿੰਗ ਖੇਤਰ ਬੰਦ ਕੀਤੇ ਜਾਣ। ਇਸ ਦੌਰਾਨ ਜੋ ਸਟਾਰਬਕਸ ਦੇ ਵੱਲੋਂ ਐਲਾਨ ਕੀਤਾ ਗਿਆ ਉਸ ਮੁਤਾਬਕ ਅਜੇ ਵੀ ਡਰਾਈਵ ਥਰੂ ਤੇ ਨਾਲ ਹੀ ਰੈਸਟੋਰੈਂਟ ਦੇ ਅੰਦਰ ਜਾ ਕੇ ਆਰਡਰ ਦਿੱਤੇ ਜਾ ਸਕਦੇ ਨੇ। ਇੱਥੇ ਜ਼ਿਕਰਯੋਗ ਹੈ ਕਿ ਕੱਲ੍ਹ ਹੀ ਤੁਹਾਨੂੰ ਦੱਸਿਆ ਸੀ ਕਿ ਕਿਊਬੈਕ ਦੇ 2 ਵੱਡੇ ਸ਼ਹਿਰਾਂ 'ਚ ਰੈਸਟੋਰੈਂਟਸ ਦੇ ਲਈ 28 ਦਿਨ ਦੇ ਵਾਸਤੇ ਡਾਈਨਿੰਗ ਖੇਤਰ ਨੇ ਜਿਹੜੇ ਉਹ ਬੰਦ ਕਰਨ ਦਾ ਐਲਾਨ ਕੀਤਾ ਗਿਆ ਤੇ ਉਸ ਤੋਂ ਬਾਅਦ ਅੱਜ ਸਟਾਰਬਕਸ ਦੇ ਵੱਲੋਂ ਸਮੇਤ ਓਟਵਾ ਇਹ ਐਲਾਨ ਅੱਜ ਕੀਤਾ ਗਿਆ। ਇਸ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਸਰੀ ਦੇ ਨਿਊਟਨ ਖੇਤਰ ਦੇ ਵਿੱਚ ਇੱਕ ਔਰਤ ਦੇ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੇ ਵਿੱਚ ਹੁਣ ਇੱਕ ਵਿਅਕਤੀ ਦਾ ਸਕੈਚ ਤੇ ਨਾਲ ਹੀ ਸਾਈਕਲ ਤੇ ਜਦੋਂ ਉਹ ਜਾ ਰਿਹਾ ਸੀ ਉਸ ਦੀ ਤਸਵੀਰ ਪੁਲਿਸ ਨੇ ਜਾਰੀ ਕੀਤੀ ਹੈ, ਜਿਸ ਨੂੰ ਪਛਾਣਨ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ। ਸਰੀ RCMP ਨੇ ਇੱਕ ਵਿਅਕਤੀ ਦੀ ਭਾਲ ਕਰਨ ਦੇ ਲਈ ਉਸ ਦੀ ਇੱਕ ਤਸਵੀਰ ਤੇ ਨਾਲ ਹੀ ਉਸ ਦਾ ਇੱਕ ਸਕੈਚ ਜਾਰੀ ਕੀਤਾ ਹੈ। ਨਿਊਟਨ ਖੇਤਰ ਵਿੱਚ ਇੱਕ ਔਰਤ ਦੇ ਨਾਲ ਛੇੜਛਾੜ ਦਾ ਮਾਮਲਾ ਵਾਪਰਿਆ ਸੀ, ਜਿਸ ਦੇ ਬਾਰੇ ਇਹ ਜਾਣਕਾਰੀ ਜਾਰੀ ਕੀਤੀ ਗਈ ਹੈ। ਅੱਜ ਹੀ ਦੁਪਹਿਰ ਨੂੰ ਪੁਲਿਸ ਨੇ ਜਾਣਕਾਰੀ ਦਿੱਤੀ, ਜਿਨ੍ਹਾਂ ਕਿਹਾ ਕਿ ਜੁਲਾਈ 14 ਨੂੰ ਸਵੇਰੇ ਇਹ ਮਾਮਲਾ ਵਾਪਰਿਆ ਸੀ, ਜਦੋਂ ਇੱਕ ਔਰਤ 144 ਸਟਰੀਟ ਤੇ 78 ਐਵੇਨਿਊ ਦੇ ਉੱਤੇ ਮੌਜੂਦ ਸੀ। ਜਦੋਂ ਇਹ ਵਿਅਕਤੀ ਉਸ ਦੇ ਕੋਲ ਆ ਕੇ ਬੈਠ ਗਿਆ ਤੇ ਉਸ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਔਰਤ ਨੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉੱਥੋਂ ਇਹ ਵਿਅਕਤੀ ਸਾਈਕਲ ਦੇ ਉੱਤੇ ਫਰਾਰ ਹੋ ਗਿਆ। ਇਸ ਦੌਰਾਨ ਇਸ ਮਾਮਲੇ ਵਿੱਚ ਔਰਤ ਜ਼ਖਮੀ ਵੀ ਹੋ ਗਈ ਸੀ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਇਸ ਵਿਅਕਤੀ ਦੀ ਭਾਲ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਗਈ ਹੈ, ਜਿਸ ਦੇ ਬਾਰੇ ਦੱਸਿਆ ਗਿਆ ਹੈ ਕਿ ਇਹ ਕਰੀਬ 25 ਸਾਲ ਦਾ ਵਿਅਕਤੀ ਹੈ, ਜੋ ਕਿ ਸਾਊਥ ਏਸ਼ੀਅਨ ਵਿਅਕਤੀ ਹੈ ਤੇ ਇਸ ਦਾ ਸਕੈਚ ਵੀ ਜਾਰੀ ਕੀਤਾ ਗਿਆ ਹੈ। ਜਦੋਂ ਸਾਈਕਲ ਤੇ ਜਾ ਰਿਹਾ ਸੀ ਤਾਂ ਉਸ ਦੀ ਇੱਕ ਤਸਵੀਰ ਵੀ ਪੁਲਿਸ ਨੇ ਜਾਰੀ ਕੀਤੀ ਹੈ। ਸਰੀ RCMP ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 605 59 90 502 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦੀ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ, ਜੋ ਕਿ ਨਾਰਥ ਵੈਨਕੂਵਰ ਤੋਂ ਹੈ, ਜਿੱਥੇ ਕਿ ਡੈਮ ਦੇ ਵਿੱਚ ਪਾਣੀ ਆਉਣ ਤੋਂ ਬਾਅਦ ਨਦੀ 'ਚ ਮੌਜੂਦ ਕੁਝ ਵਿਅਕਤੀ ਜ਼ਖਮੀ ਹੋ ਗਏ ਤਾਂ ਇੱਕ ਮੌਤ ਹੋਈ ਹੈ। ਨਾਰਥ ਵੈਨਕੂਵਰ ਦੇ ਕਲੀਵਲੈਂਡ ਡੈਮ ਖੁੱਲਣ ਤੇ ਕੁਝ ਵਿਅਕਤੀ ਕੈਪੀਲਾਨੋ ਨਦੀ ਵਿੱਚ ਹਾਦਸੇ ਦੇ ਸ਼ਿਕਾਰ ਹੋ ਗਏ, ਜਿਸ ਤੋਂ ਬਾਅਦ ਇੱਕ ਮੌਤ ਵੀ ਹੋ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇੱਕ ਮੌਤ ਹੋਣ ਦੇ ਨਾਲ ਹੀ ਦੂਜੇ ਵਿਅਕਤੀ ਜ਼ਖਮੀ ਇਸ ਮਾਮਲੇ ਵਿੱਚ ਹੋਏ ਨੇ। ਅੱਜ ਦੁਪਹਿਰ 2 ਵਜੇ ਦੇ ਕਰੀਬ ਐਂਬੂਲੈਂਸ ਸਰਵਿਸ ਮੌਕੇ ਤੇ ਪਹੁੰਚੀ, ਜਿੱਥੇ ਉਹਨਾਂ ਨੇ ਦੇਖਿਆ ਕਿ 2 ਜਣੇ ਕੰਢੇ ਤੇ ਵਾਪਸ ਆਉਣ ਦੇ ਵਿੱਚ ਕਾਮਯਾਬ ਰਹੇ ਤੇ 2 ਹੋਰ ਵਿਅਕਤੀ ਉੱਥੇ ਮੌਜੂਦ ਸਨ, ਜਿਨ੍ਹਾਂ ਨੂੰ ਸਹੀ ਹਾਲਤ ਵਿੱਚ ਬਾਹਰ ਕੱਢ ਲਿਆ ਗਿਆ। ਇਸ ਦੌਰਾਨ ਕਿਸੇ ਨੂੰ ਵੀ ਹਸਪਤਾਲ ਤਾਂ ਨਹੀਂ ਲਿਜਾਣਾ ਪਿਆ, ਪਰ ਇੱਕ ਮੌਤ ਦੀ ਪੁਸ਼ਟੀ ਅਧਿਕਾਰੀਆਂ ਦੇ ਵੱਲੋਂ ਕੀਤੀ ਗਈ ਹੈ, ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੌਤ ਦੇ ਮਾਮਲੇ ਦੀ ਜਾਂਚ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਤੇ ਜਾਂਚ ਅਜੇ ਸ਼ੁਰੂਆਤੀ ਦੌਰ ਵਿੱਚ ਹੈ, ਜਿਸ ਕਰਕੇ ਇਸ ਦੇ ਉੱਤੇ ਹੋਰ ਜ਼ਿਆਦਾ ਜਾਣਕਾਰੀ ਹਜੇ ਉਹ ਨਹੀਂ ਦੇ ਸਕਦੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਹੁਣ ਤੱਕ 9200 ਤੋਂ ਜ਼ਿਆਦਾ ਸਾਹਮਣੇ ਆ ਚੁੱਕੀ ਹੈ, ਜਿਨ੍ਹਾਂ ਦੇ ਵਿੱਚ 7600 ਤੋਂ ਵੱਧ ਠੀਕ ਵੀ ਹੋ ਚੁੱਕੇ ਨੇ। ਪਰ ਬ੍ਰਿਟਿਸ਼ ਕੋਲੰਬੀਆ ਵਿੱਚ ਹੁਣ ਤੱਕ 235 ਕੋਵਿਡ-19 ਦੇ ਕਰਕੇ ਮੌਤਾਂ ਹੋਈਆਂ ਨੇ। ਇਸੇ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਚੀਫ ਮੈਡੀਕਲ ਆਫੀਸਰ ਡਾਕਟਰ ਬੋਨੀ ਹੈਨਰੀ ਨੇ ਅੱਜ ਜੋ ਕੁਝ ਦੱਸਿਆ ਤੁਹਾਨੂੰ ਸੁਣਾਵਾਂਗੇ। ਉਸ ਦੇ ਵਿੱਚ ਜਿਹੜੀ ਅਹਿਮ ਗੱਲ ਉਹਨਾਂ ਨੇ ਅੱਜ ਦੱਸੀ ਹੈ ਉਹ ਤੁਹਾਨੂੰ ਦੱਸ ਦਿੰਦੇ ਹਾਂ ਕਿ ਉਹਨਾਂ ਨੇ ਕਿਹਾ ਕਿ ਜੋ ਟ੍ਰੇਸਿੰਗ ਕੀਤੀ ਜਾ ਰਹੀ ਹੈ ਕਿ ਕੋਵਿਡ-19 ਦੇ ਜਿਹੜੇ ਮਰੀਜ਼ ਨੇ ਉਹਨਾਂ ਦੇ ਬਾਰੇ ਟ੍ਰੇਸ ਕੀਤਾ ਜਾਂਦਾ ਹੈ ਕਿ ਕਿਹੜੀਆਂ ਥਾਵਾਂ ਦੇ ਉੱਤੇ ਗਏ ਨੇ ਤੇ ਉੱਥੇ ਕਿਹੜੇ ਵਿਅਕਤੀਆਂ ਨੂੰ ਕਿਹਾ ਜਾਣਾ ਹੈ ਕਿ ਉਹ 14 ਦਿਨ ਦੇ ਵਾਸਤੇ ਆਪਣੇ ਆਪ ਨੂੰ ਕੁਆਰੰਟਾਈਨ ਕਰ ਲੈਣ। ਇਸ ਦੇ ਬਾਰੇ ਜੋ ਜਾਣਕਾਰੀ ਦਿੱਤੀ ਜਾ ਰਹੀ ਹੈ ਉਹ ਕਾਫੀ ਵਧੀਆ ਚੱਲ ਰਹੀ ਹੈ। ਇਸੇ ਨੂੰ ਕਾਰਨ ਦੱਸਿਆ ਗਿਆ ਹੈ ਕਿ ਹੁਣ ਭਾਈਚਾਰੇ ਦੇ ਵਿੱਚ ਕੋਵਿਡ-19 ਦਾ ਬ੍ਰਿਟਿਸ਼ ਕੋਲੰਬੀਆ ਤੋਂ ਕੋਈ ਵੀ ਆਊਟਬ੍ਰੇਕ ਦਾ ਮਾਮਲਾ ਸਾਹਮਣੇ ਨਹੀਂ ਆਇਆ। Today we have 82 new COVID-19 cases identified, including one which is epidemiologically linked, giving us a total of 9,220 people diagnosed with COVID-19 in British Columbia. That includes 3,360 people in the Vancouver Coastal Health Region, 4,712 people in the Fraser Health Region, 209 people in the Vancouver Island Health Region, 535 people in the Interior Health Region, 317 people in Northern Health, and 87 people who generally reside outside of Canada.
We are now up to 1,261 active cases in the province in all health authorities, of whom 69 are in hospital, 19 of whom are in critical care or ICU. And that includes 29 people who are in hospital in the Vancouver coastal region, 36 in Fraser Health, 2 in the interior and 2 in Northern Health. We have sadly one more death to report in the Fraser Health region, bringing our total number of people who've died from COVID-19 to 235. And our condolences and our thoughts go to this person's family and their care team and their community, who I know are mourning their loss. We have 3,093 people right now under active public health monitoring and 7,695 people who have recovered from COVID-19. I did want to note that we did a record number of tests yesterday, over 10,000, 10,899 to be exact, for the 82 positive ones that were determined. And I think that's just an incredible feat, as our lab has been ramping up, our laboratories have been ramping up across the province. And I know there's been some challenges in some places, but this really speaks to the amazing work that people are doing across the province to make sure that we can get people the testing they need as quickly as possible. AC ਕੈਨੇਡਾ ਪਰ ਤੋਂ ਕੁਝ ਅਪਡੇਟਸ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।